Hello dear students, welcome to my channel Education Simplified by OCDC. This is Vinod Kumar Garg. So this is the video for nursing students who are preparing for BSc post BSc nursing exams, and the topic of this video is noise pollution. So noise pollution ਆਪਾਂ ਡਿਸਕਸ ਕਰਾਂਗੇ ਬਿਲਕੁਲ ਪਿਓਰ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੋ ਸ਼ੁਰੂ ਕਰਦੇ ਹਾਂ। ਨੋਇਸ ਪੋਲਿਊਸ਼ਨ a constant hearing of sound level above 80 decibel। ਡੈਸੀਬਲ ਕੀ ਹੁੰਦਾ ਹੈ? ਸਾਊਂਡ ਦੀ ਯੂਨਿਟ ਹੁੰਦੀ ਹੈ, ਠੀਕ ਹੈ ਜੀ। ਸ਼ਾਰਟ ਦੇ ਵਿੱਚ ਲਿਖਿਆ ਦੱਸ ਨੂੰ dB ਡੈਸੀਬਲ ਨੂੰ। ਤਾਂ 80 ਡੈਸੀਬਲ ਤੋਂ ਉੱਪਰ ਦਾ ਸਾਊਂਡ ਲੈਵਲ ਅਗਰ ਆਪਾਂ ਲਗਾਤਾਰ ਸੁਣਾਂਗੇ ਤਾਂ ਉਸ ਨੂੰ ਆਪਾਂ ਨੋਇਸ ਪੋਲਿਊਸ਼ਨ ਕਹਿੰਦੇ ਹਾਂ। ਸਬਜੈਕਟਿਵਲੀ ਇਟ ਕੈਨ ਬੀ ਡਿਫਾਈਨਡ ਐਜ਼ ਅਨਵਾਂਟਡ ਔਰ ਓਫੈਂਸਿਵ ਸਾਊਂਡ। ਉਹ ਸਾਊਂਡ ਜਿਹੜੀ ਅਨਵਾਂਟਡ ਹੋਵੇ, ਮਤਲਬ ਅਣਚਾਹੀ ਹੋਵੇ ਆਵਾਜ਼, ਠੀਕ ਹੈ, ਔਰ ਦੈਟ ਅਨਰੀਜ਼ਨੇਬਲੀ ਇੰਟਰੂਡ ਇਨਟੂ ਡੇਲੀ ਐਕਟੀਵਿਟੀ, ਮਤਲਬ ਤੁਹਾਡੀ ਜਿਹੜੀ ਰੋਜ਼ਮਰਰਾ ਦੀ ਜਿਹੜੀ ਤੁਹਾਡੀ ਕਿਰਿਆਵਾਂ ਨੇ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਵਿਘਨ ਪਾਉਂਦੀ ਹੋਵੇ ਆਵਾਜ਼, ਤਾਂ ਉਸ ਆਵਾਜ਼ ਨੂੰ ਵੀ ਆਪਾਂ ਨੋਇਸ ਪੋਲਿਊਸ਼ਨ ਕਹਿੰਦੇ ਹਾਂ। ਦ ਵੇਰੀਅਸ ਸੋਰਸਿਸ ਆਫ ਨੋਇਸ ਪੋਲਿਊਸ਼ਨ ਆਰ, ਕਿਹੜੇ ਸਰੋਤ ਨੇ ਜਿੱਥੋਂ ਨੋਇਸ ਪੋਲਿਊਸ਼ਨ ਹੁੰਦਾ ਹੈ? ਪਹਿਲਾ ਹੈਗਾ ਇੰਡਸਟਰੀਜ਼ ਲਾਈਕ ਟੈਕਸਟਾਈਲ ਮਿਲ, ਪ੍ਰਿੰਟਿੰਗ ਪ੍ਰੈਸਸ, ਜਿੱਥੇ ਪ੍ਰਿੰਟਿੰਗ ਪ੍ਰੈਸ 'ਤੇ ਕੁਛ ਛਾਪਿਆ ਜਾਂਦਾ ਹੈ, ਜਿਵੇਂ ਅਖਬਾਰ ਛਪਦੇ ਨੇ, ਠੀਕ ਹੈ, ਕਿਤਾਬਾਂ ਕਾਪੀਆਂ ਛਪਦੀਆਂ ਨੇ, ਤਾਂ ਉਸ ਤਰ੍ਹਾਂ ਦੀ ਪ੍ਰਿੰਟਿੰਗ ਪ੍ਰੈਸ ਜਿਹੜੀ ਸਾਊਂਡ ਹੁੰਦੀ ਹੈ, ਜਾਂ ਫਿਰ ਟੈਕਸਟਾਈਲ ਜਿੱਥੇ ਕੱਪੜਾ ਮਿੱਲਾਂ ਹੁੰਦੀਆਂ ਨੇ, ਠੀਕ ਹੈ, ਤਾਂ ਉਹਨਾਂ ਦੀ ਜਿਹੜੀ ਸਾਊਂਡ ਹੈ ਉਹ ਆਪਾਂ ਨੂੰ ਇੱਕ ਸਾਊਂਡ ਪੋਲਿਊਸ਼ਨ ਦੇ ਤੌਰ 'ਤੇ ਸੁਣਦੀ ਹੈ, ਕਿਉਂਕਿ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ। ਦਾ ਹੌਰਨਸ ਆਫ ਆਟੋਮੋਬਾਈਲਸ, ਵਹੀਕਲਸ ਦੇ ਹੌਰਨ, ਲਾਊਡ ਸਪੀਕਰਸ ਐਟ ਪਬਲਿਕ ਪਲੇਸਿਸ, ਅਤੇ ਪਾਰਟੀਜ਼ ਜਿਹੜੇ ਡੀਜੇ ਵਗੈਰਾ ਲੱਗੇ ਹੁੰਦੇ ਨੇ ਸਪੀਕਰ, ਠੀਕ ਹੈ, ਤਾਂ ਇਹ ਸਾਰੇ ਵੀ ਪੋਲਿਊਸ਼ਨ ਦਾ ਕਾਰਨ ਨੇ। ਤੀਸਰਾ ਜੋ ਕਾਰਨ ਹੈ ਉਹ ਹੈ ਡੋਮੈਸਟਿਕ ਸੋਰਸ ਆਫ ਨੋਇਸ ਪੋਲਿਊਸ਼ਨ, ਜਿਵੇਂ ਕਿ ਰੇਡੀਓ ਘਰਾਂ ਦੇ ਵਿੱਚ, ਟੀਵੀ, ਕਰੈਕਰਸ ਯਾਨੀ ਕਿ ਪਟਾਕੇ, ਠੀਕ ਹੈ, ਐਗਜੌਸਟ ਫੈਨ ਜੋ ਗੰਦੀ ਹਵਾ ਨੂੰ ਕਮਰਿਆਂ ਦੇ ਵਿੱਚੋਂ ਬਾਹਰ ਕੱਢਦੇ ਨੇ, ਪੱਖੇ, ਤਾਂ ਉਸ ਨੂੰ ਆਪਾਂ ਐਗਜੌਸਟ ਫੈਨ ਕਹਿੰਦੇ ਹਾਂ। ਡੈਜ਼ਰਟ ਕੂਲਰਸ ਐਟਸੈਟਰਾ, ਕੂਲਰ ਦੀ ਜੋ ਆਵਾਜ਼ ਹੁੰਦੀ ਹੈ, ਤਾਂ ਇਹ ਵੀ ਆਪਣੇ ਡੋਮੈਸਟਿਕ ਸੋਰਸ ਹੁੰਦੇ ਨੇ ਨੋਇਸ ਪੋਲਿਊਸ਼ਨ ਦੇ। ਦ ਨੋਇਸ ਪ੍ਰੋਡਿਊਸਡ ਬਾਈ ਦਾ ਸਟੋਨ ਕ੍ਰਸ਼ਿੰਗ, ਜਿੱਥੇ ਪੱਥਰ ਨੂੰ ਪੀਸਿਆ ਜਾਂਦਾ ਹੈ, ਜਾਂ ਫਿਰ ਡਾਇਨਾਮਾਈਟ ਬਲਾਸਟਿੰਗ, ਡਾਇਨਾਮਾਈਟ ਇੱਕ ਬੇਸਿਕਲੀ ਐਕਸਪਲੋਸਿਵ ਜਾਣੀ ਕਿ ਧਮਾਕੇਦਾਰ ਇੱਕ ਸਬਸਟਾਂਸ ਹੁੰਦਾ ਹੈ, ਰਸਾਇਣ ਹੁੰਦਾ ਹੈ, ਠੀਕ ਹੈ, ਪਹਾੜਾਂ ਨੂੰ ਤੋੜਨ ਦੇ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹਦੀ ਸਾਊਂਡ ਵੀ ਜਿਹੜੀ ਹੈਗੀ ਹੈ ਉਹ ਨੋਇਸ ਪੋਲਿਊਸ਼ਨ ਦਾ ਸੋਰਸ ਹੈ। ਨੈਕਸਟ ਆਪਾਂ ਗੱਲ ਕਰੀਏ ਦਾ ਇੰਸਟਰੂਮੈਂਟਸ ਲਾਈਕ ਹਾਰਵੈਸਟਿੰਗ ਮਸ਼ੀਨਸ, ਜੋ ਖੇਤਾਂ ਦੇ ਵਿੱਚ ਫਸਲ ਨੂੰ ਕੱਟਣ ਵਾਸਤੇ ਕੰਬਾਈਨਸ ਵਗੈਰਾ ਯੂਜ਼ ਹੁੰਦੀਆਂ ਨੇ, ਠੀਕ ਹੈ, ਜਾਂ ਫਿਰ ਟਿਊਬਵੈਲ ਮਸ਼ੀਨਸ ਜਿਹੜੇ ਪਾਣੀ ਕੱਢਣ ਵਾਸਤੇ ਹੁੰਦੀਆਂ ਨੇ ਖੂਹਾਂ ਦੇ ਵਿੱਚੋਂ, ਜਾਂ ਫਿਰ ਟਰੈਕਟਰ ਜੋ ਜ਼ਮੀਨਾਂ ਦੇ ਵਿੱਚ ਚਲਾਏ ਜਾਂਦੇ ਨੇ, ਖੇਤੀ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਸੋ ਇਹਨਾਂ ਸਾਰਿਆਂ ਦੀ ਜਿਹੜੀ ਸਾਊਂਡ ਹੈ ਇਹ ਵੀ ਨੋਇਸ ਪੋਲਿਊਸ਼ਨ ਦਾ ਸੋਰਸ ਹੁੰਦੇ ਨੇ, ਠੀਕ ਹੈ ਜੀ। ਆਪਾਂ ਅੱਗੇ ਗੱਲ ਕਰਦੇ ਹਾਂ ਪੁਆਇੰਟ ਨੰਬਰ 6 ਦੀ। ਤਾਂ ਪਲੇਇੰਗ ਆਫ ਚਿਲਡਰਨ, ਬੱਚੇ ਜਿਹੜੇ ਖੇਡਦੇ ਨੇ ਉਹ ਵੀ ਰੌਲਾ ਪਾਉਂਦੇ ਹੁੰਦੇ ਨੇ। ਸੈਲਰ ਇਨ ਦਾ ਮਾਰਕੀਟ, ਜੋ ਤੁਰ ਫਿਰ ਕੇ ਸਮਾਨ ਵੇਚਦੇ ਨੇ, ਠੀਕ ਹੈ, ਆਵਾਜ਼ ਲਗਾ ਕੇ, ਹੋਕਾ ਜਿਹਨੂੰ ਕਹਿੰਦੇ ਆਪਾਂ। ਅਤੇ ਐਨੀਮਲ ਨੋਇਸ, ਠੀਕ ਹੈ, ਜਾਨਵਰਾਂ ਦੀਆਂ ਆਵਾਜ਼ਾਂ। ਦਾ ਐਡਵਰਸ ਇਫੈਕਟ ਆਫ ਦਾ ਨੋਇਸ ਪੋਲਿਊਸ਼ਨ ਆਰ ਅਦਰ ਸੋਰਸ ਆਫ ਨੋਇਸ ਪੋਲਿਊਸ਼ਨ ਇਨਕਲੂਡ। ਸੋ ਇਸ ਪੁਆਇੰਟ ਦਾ ਮੀਨਿੰਗ ਕੀ ਹੋਇਆ ਕਿ ਨੋਇਸ ਪੋਲਿਊਸ਼ਨ ਦੇ ਆਪਣੇ ਉੱਪਰ ਕੀ ਬੁਰੇ ਪ੍ਰਭਾਵ ਹੁੰਦੇ ਨੇ। ਪਹਿਲਾ ਹੈ ਦਾ ਨੋਇਸ ਅਨੋਏ ਦਾ ਇੰਡੀਵਿਜੂਅਲ ਡਿਊ ਟੂ ਇਰੀਟੇਸ਼ਨ, ਆਪਾਂ ਨੂੰ ਨੋਇਸ ਤੋਂ ਇਰੀਟੇਸ਼ਨ ਹੁੰਦੀ ਹੈ, ਮਤਲਬ ਕਿ ਖਿੱਚ ਚੜ੍ਹਦੀ ਹੈ, ਠੀਕ ਹੈ। ਦੂਸਰਾ ਇਟ ਕਾਜ਼ਸ ਰੈਸਟਲੈਸਨੈਸ, ਇਨਸਾਨ ਦੇ ਅੰਦਰ ਇਹ ਬੇਚੈਨੀ ਕੌਜ਼ ਕਰਦੀ ਹੈ, ਸਿਰ ਦਰਦ ਕਰਦੀ ਹੈ, ਹੈਡੇਕ, ਐਕਸੀਡੈਂਟ, ਦੁਰਘਟਨਾਵਾਂ ਵੀ ਹੋ ਸਕਦੀਆਂ ਨੇ ਆਵਾਜ਼ ਦੇ ਕਾਰਨ, ਉੱਚੀ ਆਵਾਜ਼ ਦੇ ਕਾਰਨ। ਅਤੇ ਇਨਸੋਮਨੀਆ ਯਾਨੀ ਕਿ ਨੀਂਦ ਨਾ ਆਉਣ ਦੀ ਬਿਮਾਰੀ ਹੋ ਸਕਦੀ ਹੈ। ਅਗਲਾ ਹੈ ਇਟ ਕਾਜ਼ਸ ਇਮੋਸ਼ਨਲ ਡਿਸਟਰਬੈਂਸ, ਭਾਵਨਾਤਮਕ ਤੌਰ 'ਤੇ ਕਮਜ਼ੋਰ ਕਰਦੀ ਇਨਸਾਨ ਨੂੰ ਉੱਚੀ ਆਵਾਜ਼। ਸਡਨ ਹਾਈ ਇੰਟੈਂਸਿਟੀ ਸਾਊਂਡ ਕਾਜ਼ ਸਟੀਰਾਈਲ ਰਿਐਕਸ਼ਨ ਵਿਚ ਅਫੈਕਟ ਸਾਈਕੋਮੋਟਰ ਐਕਟੀਵਿਟੀ, ਤਾਂ ਇਨਸਾਨ ਦੇ ਅੰਦਰ ਮਾਨਸਿਕ ਤੌਰ 'ਤੇ ਬਹੁਤ ਤੇਜ਼ੀ ਨਾਲ ਹੋਣ ਵਾਲੀ ਪ੍ਰਤੀਕਿਰਿਆ ਨੂੰ ਇਹ ਪ੍ਰਭਾਵਿਤ ਕਰ ਸਕਦੀ ਹੈ ਸਾਊਂਡ, ਜੇ ਅਚਾਨਕ ਕੋਈ ਆਪਾਂ ਉੱਚੀ ਆਵਾਜ਼ ਸੁਣ ਲੈਂਦੇ ਹਾਂ। ਵੈਰੀ ਲਾਊਡ ਸਾਊਂਡ ਕਾਜ਼ ਨੋਜ਼ੀਆ, ਨੋਜ਼ੀਆ ਹੁੰਦਾ ਹੈ ਇੱਕ ਤਰ੍ਹਾਂ ਆਪਾਂ ਜਿਵੇਂ ਕਹਿੰਦੇ ਵੀ ਘਬਰਾਹਟ ਹੋਣ ਲੱਗ ਗਈ, ਠੀਕ ਹੈ, ਡਿਜ਼ੀਨੈਸ, ਆਪਾਂ ਕਹਿ ਸਕਦੇ ਸੁਸਤੀ ਹੋਣ ਲੱਗ ਗਈ। ਇਟ ਮੇ ਐਕਸਾਈਟ ਦਾ ਵਾਈਟਲ ਔਰਗਨ ਲਾਈਕ ਲੰਗਸ ਐਂਡ ਹਾਰਟ, ਇਹ ਆਪਣੇ ਲੰਗਸ ਅਤੇ ਹਾਰਟ ਨੂੰ ਐਕਸਾਈਟ ਕਰਕੇ ਉਸ ਨੂੰ ਤੇਜ਼ੀ ਨਾਲ ਕੰਮ ਕਰਨ ਲਗਾ ਸਕਦੀ ਹੈ, ਠੀਕ ਹੈ, ਜਿਸ ਦਾ ਇਫੈਕਟ ਵੀ ਬੁਰਾ ਹੁੰਦਾ ਹੈ। ਨੈਕਸਟ ਹੈ ਕੰਟੀਨਿਊਅਸ ਐਕਸਪੋਜ਼ਰ ਟੂ ਨੋਇਸ ਓਵਰ ਦਾ ਪੀਰੀਅਡ ਆਫ ਈਅਰ ਔਰ ਨੋਇਸ
ऑफ एक्सप्लोजन और ब्लास्ट मे कॉज ਡੈਫਨੈਸ। ਮਤਲਬ ਜੇ ਆਪਾਂ ਲਗਾਤਾਰ 1 ਸਾਲ ਉੱਚੀ ਆਵਾਜ਼ ਦੇ ਐਕਸਪੋਜ਼ਰ ਦੇ ਵਿੱਚ ਰਹਿੰਦੇ ਹਾਂ ਤਾਂ ਆਪਾਂ ਨੂੰ ਡੈਫਨੈਸ ਤੋਂ ਪੀੜਤ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਠੀਕ ਹੈ, ਡੈਫਨੈਸ ਤੋਂ ਭਾਵ ਹੁੰਦਾ ਹੈ ਉੱਚਾ ਸੁਣਨ ਲੱਗ ਜਾਣਾ, ਗੂੰਗੇ ਹੋ ਬੋਲੇ ਹੋ ਜਾਣਾ, ਸੌਰੀ। ਠੀਕ ਹੈ, ਤਾਂ ਬੋਲਾਪਨ ਦੀ ਜੋ ਸਮੱਸਿਆ ਨੂੰ ਡੈਫਨੈਸ ਕਿਹਾ ਜਾਂਦਾ ਹੈ। ਤਾਂ ਉਸ ਦੇ ਸ਼ਿਕਾਰ ਹੋ ਜਾਂਦੇ ਨੇ ਵਿਅਕਤੀ ਜੋ ਲਗਾਤਾਰ ਉੱਚੀ ਆਵਾਜ਼ ਨੂੰ ਸੁਣਦੇ ਰਹਿੰਦੇ ਨੇ, ਕਿਉਂਕਿ ਇਹਦੇ 'ਚ ਈਅਰ ਔਸੀਕਲ ਜਿਹੜੀ ਹੈਗੀ ਡੈਮੇਜ ਹੋ ਜਾਂਦੀਆਂ ਨੇ। ਈਅਰ ਦੇ ਅੰਦਰ 3 ਬੋਨਸ ਹੁੰਦੀਆਂ ਨੇ, ਉਸ ਨੂੰ ਈਅਰ ਔਸੀਕਲ ਕਿਹਾ ਜਾਂਦਾ, ਜਿਸ ਦਾ ਨਾਮ ਹੈ ਇਨਕਸ, ਸਟੇਪਸ ਅਤੇ ਮਿਲਸ। ਨੈਕਸਟ ਆਪਣਾ ਆਉਂਦਾ ਹੈ ਨੋਇਸ ਕੰਟਰੋਲ ਮੈਜ਼ਰ, ਕਿ ਨੋਇਸ ਨੂੰ ਕੰਟਰੋਲ ਕਰਨ ਦੇ ਲਈ ਕੀ ਤਰੀਕੇ ਹਨ। ਦ ਨੋਇਸ ਪੋਲਿਊਸ਼ਨ ਕੈਨ ਬੀ ਕੰਟਰੋਲਡ ਬਾਈ ਅਡੋਪਟਿੰਗ ਫੋਲੋਇੰਗ ਮੈਜ਼ਰਸ। ਨੰਬਰ 1 ਹੈ ਰਿਡਕਸ਼ਨ ਆਫ ਦਾ ਸਾਊਂਡ ਲੈਵਲ ਫਰੋਮ ਦਾ ਸੋਰਸ ਆਫ ਇਟਸ ਪ੍ਰੋਡਕਸ਼ਨ, ਕਿ ਜਿੱਥੋਂ ਆਵਾਜ਼ ਪੈਦਾ ਹੋ ਰਹੀ ਹੈ ਉਸ ਸਰੋਤ ਤੋਂ ਹੀ ਆਵਾਜ਼ ਨੂੰ ਘਟਾਇਆ ਜਾਵੇ। ਦੂਸਰਾ ਹੈ ਪ੍ਰੋਟੈਕਸ਼ਨ ਆਫ ਦਾ ਰਿਸੀਵਰ, ਜੋ ਜਿਸ ਤੱਕ ਆਵਾਜ਼ ਪਹੁੰਚ ਰਹੀ ਹੈ ਉਹ ਆਪਣੇ ਲਈ ਪ੍ਰੋਟੈਕਟਿਵ ਡਿਵਾਈਸ ਦੀ ਵਰਤੋਂ ਕਰੇ ਤਾਂ ਕਿ ਉੱਚੀ ਆਵਾਜ਼ ਦਾ ਪ੍ਰਭਾਵ ਉਸ ਦੇ ਉੱਪਰ ਨਾ ਪਵੇ। ਅਤੇ ਇਸ ਤੋਂ ਉਪਰੰਤ ਆਉਂਦਾ ਚੈੱਕ ਔਨ ਦਾ ਨੋਇਸ ਟਰਾਂਸਮਿਸ਼ਨ। ਠੀਕ ਹੈ, ਕਿ ਜਿੱਥੋਂ ਆਵਾਜ਼ ਜ਼ਿਆਦਾ ਟਰਾਂਸਮਿਟ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇ। ਅਤੇ ਲੈਜਿਸਲੇਟਿਵ ਮੈਜ਼ਰ, ਮਤਲਬ ਕਾਨੂੰਨੀ ਤੌਰ ਦੇ ਉੱਪਰ ਵੀ ਜੋ ਮਤਲਬ ਕੁਛ ਤਰੀਕੇ ਹੁੰਦੇ ਨੇ ਉਹ ਅਪਣਾਏ ਜਾਣ। ਫੋਲੋਇੰਗ ਮੈਜ਼ਰਸ ਕੈਨ ਬੀ ਟੇਕਨ। ਪਹਿਲਾ ਹੈ ਰਿਡਕਸ਼ਨ ਆਫ ਦਾ ਸਾਊਂਡ ਲੈਵਲ ਫਰੋਮ ਦਾ ਸੋਰਸ ਆਫ ਇਟਸ ਪ੍ਰੋਡਕਸ਼ਨ। ਇਹਦੇ 'ਚ ਕੀ ਕਰ ਸਕਦੇ ਹਾਂ, ਪ੍ਰੋਪਰ ਲੂਬਰੀਕੇਸ਼ਨ ਐਂਡ ਮੇਨਟੇਨੈਂਸ ਆਫ ਮਸ਼ੀਨ, ਕਿ ਜਿਹੜੀਆਂ ਮਸ਼ੀਨਾਂ ਆਵਾਜ਼ ਪੈਦਾ ਕਰਦੀਆਂ ਨੇ ਜ਼ਿਆਦਾ ਉਹਨਾਂ ਨੂੰ ਪ੍ਰੋਪਰ ਲੂਬਰੀਕੇਟ ਕੀਤਾ ਜਾਵੇ। ਜਿਵੇਂ ਆਪਾਂ ਗਰੀਸ ਲਗਾ ਦਿੰਦੇ ਹਾਂ, ਆਇਲ ਲਗਾ ਦਿੰਦੇ ਹਾਂ। ਠੀਕ ਹੈ, ਪ੍ਰੋਪਰ ਉਹਨੂੰ ਮੇਨਟੇਨ ਕੀਤਾ ਜਾਵੇ ਤਾਂ ਕਿ ਉਹ ਆਵਾਜ਼ ਨਾ ਕਰਨ। ਅਤੇ ਇੰਸੂਲੇਸ਼ਨ ਕੀਤੀ ਜਾਵੇ। ਇੰਸੂਲੇਸ਼ਨ ਅੱਜ ਕੱਲ੍ਹ ਹੁੰਦੀ ਹੈ ਕਿ ਜਿਸ ਦੇ ਨਾਲ ਆਵਾਜ਼ ਜਿਹੜੀ ਹੈਗੀ ਉਹ ਬਾਹਰ ਨਹੀਂ ਜਾਂਦੀ ਕਿਸੇ ਜਗ੍ਹਾ ਤੋਂ, ਤਾਂ ਉਹਦੇ ਲਈ ਆਪਾਂ ਇੰਸੂਲੇਸ਼ਨ ਕਰ ਸਕਦੇ ਹਾਂ। ਠੀਕ ਹੈ, ਫਿਰ ਹੈ ਕੁਇਟਰ ਮਸ਼ੀਨਸ ਸ਼ੁੱਡ ਬੀ ਪ੍ਰੋਡਿਊਸਡ ਟੂ ਰਿਪਲੇਸ ਦਾ ਨੋਇਸੀ ਮਸ਼ੀਨ। ਅੱਜ ਕੱਲ੍ਹ ਜਿਵੇਂ ਤੁਸੀਂ ਸੁਣਿਆ ਹੋਗਾ ਸਾਈਲੈਂਟ ਜਨਰੇਟਰ, ਹੈ ਨਾ, ਬਹੁਤ ਸਾਰੇ ਜਨਰੇਟਰ ਅੱਜ ਕੱਲ੍ਹ ਇਸ ਤਰ੍ਹਾਂ ਦੇ ਆ ਰਹੇ ਨੇ ਜਿਹੜੇ ਆਵਾਜ਼ ਬਿਲਕੁਲ ਵੀ ਪੈਦਾ ਨਹੀਂ ਕਰਦੇ। ਇਸ ਤਰ੍ਹਾਂ ਇੰਡਸਟਰੀ ਵਿੱਚ ਜੋ ਮਸ਼ੀਨਾਂ ਯੂਜ਼ ਹੁੰਦੀਆਂ ਨੇ ਉਹ ਵੀ ਇਸ ਤਰ੍ਹਾਂ ਦੀਆਂ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਉਹ ਆਵਾਜ਼ ਪੈਦਾ ਹੀ ਨਾ ਕਰਨ, ਤਾਂ ਕਿ ਨੋਇਸ ਪੋਲਿਊਸ਼ਨ ਨਾ ਹੋਵੇ। ਇਸ ਤੋਂ ਉਪਰੰਤ ਆਪਣਾ ਆਉਂਦਾ ਰਿਸਟ੍ਰਿਕਸ਼ਨ ਔਨ ਦਾ ਯੂਜ਼ ਆਫ ਲਾਊਡ ਸਪੀਕਰ। ਲਾਊਡ ਸਪੀਕਰ ਨੂੰ ਵਰਤਣ ਦੇ ਉੱਪਰ ਕਾਨੂੰਨੀ ਤੌਰ 'ਤੇ ਰੋਕ ਲੱਗਣੀ ਚਾਹੀਦੀ ਹੈ। ਠੀਕ ਹੈ, ਟੂ ਫਿਕਸ ਦਾ ਲਾਊਡਨੈਸ ਫਿਕਸ ਕੀਤੇ ਕਿ ਇਸ ਤੋਂ ਜ਼ਿਆਦਾ ਵੋਲੀਅਮ ਆਵਾਜ਼ ਦਾ ਨਹੀਂ ਹੋਣਾ ਚਾਹੀਦਾ। ਕੰਟਰੋਲ ਔਨ ਏਅਰ ਟ੍ਰੈਫਿਕ ਸ਼ੁੱਡ ਬੀ ਦੇਅਰ। ਠੀਕ ਹੈ, ਏਅਰ ਟ੍ਰੈਫਿਕ ਜੋ ਹੁੰਦੀ ਹੈ, ਜੋ ਜਿਸ ਤਰ੍ਹਾਂ ਮਤਲਬ ਜਹਾਜ਼ ਆਪਾਂ ਕਹਿ ਸਕਦੇ ਹਾਂ ਨਾ, ਤਾਂ ਉਸ ਨੂੰ ਏਅਰ ਟ੍ਰੈਫਿਕ ਕਿਹਾ ਜਾਂਦਾ, ਤਾਂ ਉਸ ਦਾ ਵੀ ਕੰਟਰੋਲ ਹੋਣਾ ਚਾਹੀਦਾ ਹੈ। ਓਨਲੀ ਦਾ ਏਅਰਕ੍ਰਾਫਟ ਦੈਟ ਪ੍ਰੋਡਿਊਸ ਸਾਊਂਡ ਵਿਦਨ ਪਰਮਿਸਿਬਲ ਲਿਮਿਟ, ਵੀ ਸਿਰਫ ਉਹੀ ਹਵਾ ਵਾਲੇ ਵਾਹਨ ਜਿਹੜੇ ਹੈਗੇ ਨੇ ਅਧਿਕਾਰਕ ਤੌਰ 'ਤੇ ਚੱਲਣੇ ਚਾਹੀਦੇ ਨੇ ਜੋ ਓਨੇ ਹੀ ਆਵਾਜ਼ ਪੈਦਾ ਕਰ ਸਕਣ ਜੋ ਹਿਊਮਨ ਦੇ ਲਈ ਨੁਕਸਾਨਦਾਇਕ ਨਾ ਹੋਵੇ। ਨੈਕਸਟ ਹੈ ਚੈੱਕ ਔਨ ਦਾ ਨੋਇਸ ਟਰਾਂਸਮਿਸ਼ਨ। ਨੋਇਸੀ ਮਸ਼ੀਨਸ ਸ਼ੁੱਡ ਬੀ ਇੰਸਟਾਲਡ ਇਨ ਸਾਊਂਡ ਪ੍ਰੂਫ ਚੈਂਬਰ। ਮਤਲਬ ਜੇ ਨੋਇਸੀ ਮਸ਼ੀਨ ਯੂਜ਼ ਕਰਨੀ ਜ਼ਰੂਰੀ ਵੀ ਹੋਵੇ ਤਾਂ ਉਹ ਉਸ ਤਰ੍ਹਾਂ ਦੇ ਚੈਂਬਰ ਦੇ ਵਿੱਚ ਰੱਖਣੀ ਚਾਹੀਦੀ ਹੈ ਜੋ ਸਾਊਂਡ ਪ੍ਰੂਫ ਹੋਵੇ, ਮਤਲਬ ਆਵਾਜ਼ ਨੂੰ ਬਾਹਰ ਨਾ ਆਉਣ ਦੇਵੇ। ਨੈਕਸਟ ਹੈ ਅਕਾਊਸਟਿਕ ਫਰਨਿਸ਼ਿੰਗ ਸ਼ੁੱਡ ਬੀ ਡਨ ਸੋ ਦੈਟ ਸਾਊਂਡ ਇਜ਼ ਅਬਜ਼ੋਰਬਡ। ਮਤਲਬ ਮਸ਼ੀਨ ਇਸ ਤਰ੍ਹਾਂ ਡਿਜ਼ਾਈਨ ਕਰਨੀ ਚਾਹੀਦੀ ਹੈ ਕਿ ਜਿਹੜੀ ਆਵਾਜ਼ ਪੈਦਾ ਵੀ ਹੋ ਰਹੀ ਹੈ ਉਹ ਆਵਾਜ਼ ਉੱਥੇ ਹੀ ਅਬਜ਼ੋਰਬ ਹੋ ਜਾਵੇ। ਫੋਰ ਐਗਜ਼ਾਮਪਲ 518 mm ਥਿਕ ਗਲਾਸ ਰਿਡਿਊਸ ਦਾ ਨੋਇਸ ਬਾਈ 50 ਡੈਸੀਬਲ। ਮਤਲਬ ਜੇ ਆਪਾਂ ਮਸ਼ੀਨ ਨੂੰ ਯੂਜ਼ ਕਰਦੇ ਵੀ ਹਾਂ ਆਵਾਜ਼ ਪੈਦਾ ਕਰਨ ਵਾਲੀ ਨੂੰ, ਤਾਂ ਉਸਦੇ ਆਸੇ ਪਾਸੇ 518 ਮਿਲੀਮੀਟਰ ਮੋਟਾ ਗਲਾਸ ਅਗਰ ਫਿੱਟ ਕਰ ਦਿੱਤਾ ਜਾਵੇ ਤਾਂ ਉਹਦੇ ਨਾਲ 50 ਡੈਸੀਬਲ ਸਾਊਂਡ ਆਪਾਂ ਨੂੰ ਘੱਟ ਸੁਣਾਈ ਦੇਵੇਗੀ। ਨੈਕਸਟ ਹੈ ਗ੍ਰੀਨ ਮਫਲਰ ਸਕੀਮ ਸ਼ੁੱਡ ਬੀ ਅਡੋਪਟਡ। ਗ੍ਰੀਨ ਮਫਲਰ ਸਕੀਮ ਬਹੁਤ ਹੀ ਇੰਪੋਰਟੈਂਟ ਸਕੀਮ ਹੈ ਨੋਇਸ ਦੇ ਪੋਲਿਊਸ਼ਨ ਨੂੰ ਰੋਕਣ ਦੇ ਲਈ। ਸੋ ਇਸ ਸਕੀਮ 'ਚ ਹੁੰਦਾ ਕੀ ਹੈ, ਇਨ ਦਿਸ 4 or 5 ਰੋ ਆਫ ਟਰੀਜ਼ ਐਂਡ ਸ਼ਰਬਸ ਆਰ ਗਰੋਨ। 4 ਤੋਂ 5 ਲਾਈਨਾਂ ਦੇ ਵਿੱਚ ਪਲਾਂਟਸ ਲਗਾਏ ਜਾਂਦੇ ਨੇ ਰੋਡ ਦੇ ਕਿਨਾਰਿਆਂ ਦੇ ਉੱਪਰ ਜਾਂ ਰੇਲਵੇ ਲਾਈਨ ਦੇ ਕਿਨਾਰਿਆਂ ਦੇ ਉੱਪਰ। ਠੀਕ ਹੈ, ਜਾਂ ਫਿਰ ਅਰਾਊਂਡ ਦਾ ਇੰਡਸਟਰੀਅਲ ਏਰੀਆ ਜਿੱਥੇ ਬਹੁਤ ਸਾਰੀਆਂ ਫੈਕਟਰੀਜ਼ ਹੋਣ ਜਾਂ ਫਿਰ ਰੈਜ਼ੀਡੈਂਸ਼ੀਅਲ ਕੰਪਲੈਕਸ ਹੋਣ, ਜਿੱਥੋਂ ਵੀ ਆਵਾਜ਼ ਪੈਦਾ ਹੁੰਦੀ ਹੈ ਉਸ ਦੇ ਆਸੇ ਪਾਸੇ ਗ੍ਰੀਨ ਬੈਲਟ ਦੇ ਰੂਪ ਦੇ ਵਿੱਚ ਦਰਖਤ ਲਗਾਏ ਜਾਂਦੇ ਹਨ, ਕਿਉਂਕਿ ਦਰਖਤ ਜਿਹੜੇ ਹੈਗੇ ਨੇ ਉਹ ਸਾਊਂਡ ਨੂੰ ਅਬਜ਼ੋਰਬ ਕਰ ਲੈਂਦੇ ਹਨ। ਨੈਕਸਟ ਹੈ ਪ੍ਰੋਟੈਕਸ਼ਨ ਆਫ ਦਾ ਰਿਸੀਵਰ। ਪ੍ਰੋਟੈਕਟਿਵ ਡਿਵਾਈਸਿਸ ਲਾਈਕ ਈਅਰ ਮਫਸ ਆਉਂਦੇ ਨੇ, ਈਅਰ 'ਚ ਮਫ ਲਗਾ ਕੇ ਤਾਂ ਕਿ ਈਅਰ ਦੇ ਰਾਹੀਂ ਆਪਾਂ ਨੂੰ ਜਿਹੜੀ ਸਾਊਂਡ ਆ ਰਹੀ ਹੈ ਉਹ ਸੁਣਾਈ ਹੀ ਨਾ ਦੇਵੇ। ਇਸ ਤੋਂ ਉਪਰੰਤ ਹੈ ਹਿਊਮਨ ਸੈਟਲਮੈਂਟ ਸ਼ੁੱਡ ਬੀ ਅਵੇ ਫਰੋਮ ਦਾ ਨੋਇਸ ਪ੍ਰੋਡਿਊਸਿੰਗ ਇੰਡਸਟਰੀਜ਼। ਮਤਲਬ ਜਿੱਥੇ ਫੈਕਟਰੀਜ਼ ਨੇ, ਜਿੱਥੇ ਇੰਡਸਟਰੀਜ਼ ਨੇ, ਜਿੱਥੇ ਰੇਲਵੇ ਸਟੇਸ਼ਨ ਨੇ, ਉੱਥੇ ਆਸੇ ਪਾਸੇ ਨਾ ਰਹਿ ਕੇ ਇਨਸਾਨ ਕਿਸੇ ਹੋਰ ਦੂਰ ਜਗ੍ਹਾ ਦੇ ਉੱਪਰ ਰਹਿਣ ਲੱਗ ਜਾਵੇ। ਠੀਕ ਹੈ, ਤਾਂ ਮਤਲਬ ਉੱਥੇ ਆਪਣੇ ਆਪ ਨੂੰ ਸੈਟਲਮੈਂਟ ਕਰ ਲਵੇ ਤਾਂ ਕਿ ਆਵਾਜ਼ ਉਸ ਤੱਕ ਨਾ ਪਹੁੰਚੇ। ਹਾਈਵੇ ਟ੍ਰੈਫਿਕ ਸ਼ੁੱਡ ਨਾਟ ਬੀ ਅਲਾਉਡ ਟੂ ਪਾਸ ਥਰੂ
ਟਾਊਨ ਐਂਡ ਸਿਟੀਜ਼ ਜਿਹੜੀ ਟ੍ਰੈਫਿਕ ਹੈ ਉਹਦਾ ਨਿਯੰਤਰਣ ਕੀਤਾ ਜਾਵੇ ਤਾਂ ਕਿ ਜਿਹੜੀ ਵੱਡੇ ਟਰੱਕਸ ਵਗੈਰਾ ਬੱਸ ਵਗੈਰਾ ਹੁੰਦੀਆਂ ਨੇ ਉਹ ਸ਼ਹਿਰ ਦੇ ਅੰਦਰ ਦੀ ਟਾਊਨ ਦੇ ਅੰਦਰ ਦੀ ਨਾ ਨਿਕਲਣ, ਉਹ ਇੱਕ ਬਾਹਰਲੇ ਪਾਸੇ ਉੱਤੇ ਹੀ ਜੋ ਰੋਡ ਹੁੰਦੇ ਨੇ ਵੱਡੇ ਰੋਡ ਉਹਦੇ ਉੱਪਰ ਹੀ ਰਹਿਣ, ਠੀਕ ਹੈ, ਤਾਂ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਅਰਬਨ ਜਾਂ ਟਾਊਨ ਵਾਲੇ ਜਿਹੜੇ ਏਰੀਆਜ਼ ਹੁੰਦੇ ਨੇ ਉਹਦੇ ਵਿੱਚ ਨਾ ਆਵੇ। ਨੈਕਸਟ ਹੈ ਲੈਜਿਸਲੇਟਿਵ ਮੈਜ਼ਰ, ਕਾਨੂੰਨੀ ਤੌਰ 'ਤੇ ਕੀ ਹੋ ਸਕਦਾ ਹੈ, ਤਾਂ ਐਕਸੈਸਿਵ ਨੋਇਸ ਇਜ਼ ਰਿਕੋਗਨਾਈਜ਼ਡ ਐਜ਼ ਕ੍ਰਾਈਮ ਅੰਡਰ ਦਾ ਸੈਕਸ਼ਨ 268, ਠੀਕ ਹੈ, ਆਫ ਪਾਰਟ 1, ਤਾਂ ਮਤਲਬ 268 ਜੋ ਧਾਰਾ ਹੈਗੀ ਤਾਂ ਉਹਦੇ ਅੰਡਰ ਇਹ ਲੈਜਿਸਲੇਟਿਵ ਮੈਜ਼ਰ ਦੇ ਰੂਪ 'ਚ ਆਪਾਂ ਦੇਖ ਸਕਦੇ ਵੀ ਕ੍ਰਾਈਮ ਮੰਨਿਆ ਜਾਂਦਾ ਐਕਸੈਸਿਵ ਨੋਇਸ ਨੂੰ, ਠੀਕ ਹੈ, ਤਾਂ ਪੁਲਿਸ ਦਾ ਜਿਹੜਾ ਐਕਸ਼ਨ ਹੈ ਇਹਦੇ ਉੱਪਰ ਲਿੱਤਾ ਜਾ ਸਕਦਾ ਹੈ। use of loudspeaker in public nuisance and punishable under the section 133 of the IPC ਦੀ ਧਾਰਾ 133 ਦੇ ਤਹਿਤ ਜਿਹੜੇ ਇਹ ਡੀਜ਼ੇ ਵਗੈਰਾ ਚਲਾਏ ਜਾਂਦੇ ਨੇ ਤਾਂ ਉਹ ਇੱਕ ਕਾਨੂੰਨੀ ਅਪਰਾਧ ਹੈ। ਇੱਕ ਲਿਮਿਟਡ ਸੈੱਟ ਟਾਈਮ ਤੋਂ ਬਾਅਦ ਡੀਜ਼ੇ ਨਹੀਂ ਚਲਾਏ ਜਾ ਸਕਦੇ ਤਾਂ ਉਹਦੇ ਉੱਪਰ ਵੀ ਐਕਸ਼ਨ ਲਿਆ ਜਾ ਸਕਦਾ ਹੈ। ਨੋਇਸ ਹੈਜ਼ ਬੀਨ ਰਿਕੋਗਨਾਈਜ਼ਡ ਐਜ਼ ਪੋਲੂਟੈਂਟ ਸੈਕਸ਼ਨ 6(2.6 ਆਫ ਇਨਵਾਇਰਮੈਂਟਲ ਐਕਟ, ਤਾਂ ਵਾਤਾਵਰਨ ਕਾਨੂੰਨ ਦੇ ਸੈਕਸ਼ਨ 6 ਤੇ 2.6 ਪਾਰਟ ਦੇ ਤਹਿਤ ਨੋਇਸ ਜਿਹੜੀ ਹੈਗੀ ਹੈ ਉਸ ਨੂੰ ਪੋਲੂਟੈਂਟ ਮੰਨਿਆ ਗਿਆ ਹੈ। ਮੋਟਰ ਵਹੀਕਲ ਐਕਟ, ਫੈਕਟਰੀ ਐਕਟ, ਰੇਲਵੇ ਐਕਟ ਤੇ ਏਅਰਕ੍ਰਾਫਟ ਐਕਟ ਜਿਹੜੇ ਹੈਗੇ ਨੇ ਇਹ ਵੀ ਨੋਇਸ ਪੋਲਿਊਸ਼ਨ ਨੂੰ ਰੋਕਣ ਦੇ ਲਈ ਸਹਾਈ ਨੇ। ਸੋ ਦਿਸ ਵਾਜ਼ ਆਲ ਅਬਾਊਟ ਦਾ ਨੋਇਸ ਪੋਲਿਊਸ਼ਨ ਫॉर BSc ਪੋਸਟ ਬੇਸਿਕ ਨਰਸਿੰਗ ਸਟੂਡੈਂਟਸ। ਸੋ ਹਰ ਟੌਪਿਕ ਨੂੰ ਪੰਜਾਬੀ ਦੇ ਵਿੱਚ ਸਮਝਦੇ ਰਹਿਣ ਲਈ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਚੈਨਲ ਦਾ ਹਮੇਸ਼ਾ ਲਈ ਜੁੜ ਜਾਵੋ ਅਤੇ ਕੰਪੀਟੀਸ਼ਨ ਐਗਜ਼ਾਮਸ ਦੇ ਲਈ ਨੋਟਸ ਪਰਚੇਜ਼ ਕਰਨ ਲਈ 9876671788 ਸੰਪਰਕ ਕਰ ਸਕਦੇ ਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ।